ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆ ਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। H1B ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਕਿਰਿਆ ਵਿੱਚ ਸੁਧਾਰ ਦੀ ਮੰਗ। ਅਮਰੀਕੀ ਪ੍ਰਤੀਨਿਧੀ ਸ਼੍ਰੀ ਥਾਣੇਦਾਰ ਨੇ ਨਵਾਂ ਬਿੱਲ ਕੀਤਾ ਪੇਸ਼। नहीं रहे नोबल जेतू अमेरिका के साबका राष्ट्रपति, 100 साल की उम्र चले आखिरी साह। ट्रंप के H1B वीजा समर्थन तो बाद एलोन मस्क का बड़ा बयान। हवाई सफर करने वाले यात्रियों लिए खास खबर। BCAS ने जारी करते नवे नियम। ट्रंप के सत्ता संभालन तो पहला अमेरिका विरुद्ध सब तो सख्त नीति लागू करनगे किम। किते रनवे ते वापरे हादसा ते किते लगी अग। 24 घंटे च वापरे 3 वड्डे जहाज हादसे। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਮਿਸ਼ੀਗਨ ਦੇ 13ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਇੱਕ ਡੈਮੋਕ੍ਰੇਟ ਪ੍ਰਤੀਨਿਧੀ ਸ਼੍ਰੀ ਥਾਣੇਦਾਰ H1B ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਣਾਲੀਆਂ ਦੇ ਵਿੱਚ ਤਬਦੀਲੀਆਂ ਦੀ ਮੰਗ ਕਰ ਰਹੇ ਹਨ, ਜੋ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹਨ। ਥਾਣੇਦਾਰ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ, ਇੱਕ ਪ੍ਰਵਾਸੀ ਹੋਣ ਦੇ ਨਾਤੇ H1B ਮੁੱਦਾ ਮੇਰੇ ਲਈ ਨਿੱਜੀ ਹੈ। ਨਵੀਨਤਾ ਅਤੇ ਖੋਜ ਵਿੱਚ ਆਗੂ ਕਾਨੂੰਨੀ ਹੁਨਰ ਆਧਾਰਿਤ ਇਮੀਗ੍ਰੇਸ਼ਨ ਵਿੱਚ ਸੁਧਾਰ ਆਰਥਿਕਤਾ ਨੂੰ ਵਧਾਏਗਾ ਅਤੇ ਅਮਰੀਕੀਆਂ ਲਈ ਹੋਰ ਨੌਕਰੀਆਂ ਪੈਦਾ ਕਰੇਗਾ। ਥਾਣੇਦਾਰ ਨੇ ਵਿਚਾਰ ਦੂਜੇ ਇਮੀਗ੍ਰੇਸ਼ਨ ਪੱਖੀ ਵਕੀਲਾਂ ਨਾਲ ਮੇਲ ਖਾਂਦੇ ਹਨ, ਜੋ ਹੁਨਰਮੰਦ ਕਾਮਿਆਂ ਲਈ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਇੱਕ ਪ੍ਰਮੁੱਖ ਸੁਝਾਅ ਕਿਸੇ ਵਿਅਕਤੀ ਦੇ ਗ੍ਰਹਿ ਦੇਸ਼ ਦੇ ਆਧਾਰ ਤੇ ਗ੍ਰੀਨ ਕਾਰਡਾਂ ਦੀਆਂ ਸੀਮਾਵਾਂ ਨੂੰ ਹਟਾਉਣਾ ਹੈ। H1B ਪ੍ਰੋਗਰਾਮ, ਜੋ ਕਿ ਅਮਰੀਕੀ ਕੰਪਨੀਆਂ ਨੂੰ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦਿੰਦਾ ਹੈ, ਇਨ੍ਹਾਂ ਚਰਚਾਵਾਂ ਵਿੱਚ ਇੱਕ ਗਰਮ ਵਿਸ਼ਾ ਰਿਹਾ ਹੈ। ਚੇਨਈ ਦੇ ਇੱਕ ਇੰਜੀਨੀਅਰ ਸ਼੍ਰੀ ਰਾਮ ਕ੍ਰਿਸ਼ਨਨ ਨੂੰ ਵਾਈਟ ਹਾਊਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਸੀਨੀਅਰ ਨੀਤੀ ਸਲਾਹਕਾਰ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਬਹਿਸ ਹੋਰ ਗਰਮ ਹੋ ਗਈ ਹੈ। ਕ੍ਰਿਸ਼ਨਨ ਸਰਵੋਤਮ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਗ੍ਰੀਨ ਕਾਰਡਾਂ ਤੇ ਦੇਸ਼ ਦੀਆਂ ਕੈਂਪਾਂ ਨੂੰ ਹਟਾਉਣ ਦਾ ਸਮਰਥਨ ਕਰਦਾ ਹੈ। ਇਸ ਵਿਚਾਰ ਨੂੰ ਐਲੋਨ ਮਸਕ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਲੋਕਾਂ ਦਾ ਸਮਰਥਨ ਹੈ, ਪਰ ਕੁਝ ਇਮੀਗ੍ਰੇਸ਼ਨ ਵਿਰੋਧੀ ਸਮੂਹਾਂ ਦੁਆਰਾ ਵਿਰੋਧ ਕੀਤਾ ਗਿਆ ਹੈ। ਇਸ ਬਿੱਲ ਦਾ ਉਦੇਸ਼ H1B ਵੀਜ਼ਾ ਪ੍ਰਕਿਰਿਆ ਵਿੱਚ ਵੱਡੀਆਂ ਤਬਦੀਲੀਆਂ ਕਰਨਾ ਹੈ, ਜਿਸ ਵਿੱਚ ਵਾਧਾ ਕਰਨਾ ਵੀ ਸ਼ਾਮਲ ਹੈ। ਹਰ ਸਾਲ ਉਪਲਬਧ ਵੀਜ਼ਿਆਂ ਦੀ ਗਿਣਤੀ ਅਤੇ ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਉਣਾ, ਖਾਸ ਕਰਕੇ STEM ਗ੍ਰੈਜੂਏਟਾਂ ਲਈ। ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਰਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਕਾਰਟਰ ਦਾ ਜਨਮ 1 ਅਕਤੂਬਰ 1924 ਨੂੰ ਜਾਰਜੀਆ ਰਾਜ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਅਤੇ ਉਹਨਾਂ ਨੇ 1977 ਤੋਂ 1981 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਸੀ। ਉਹ ਅਮਰੀਕੀ ਇਤਿਹਾਸ ਪ੍ਰਤੀ ਆਪਣੀ ਸਰਲ ਅਤੇ ਮਨੁੱਖੀ ਪਹੁੰਚ ਲਈ ਜਾਣੇ ਜਾਂਦੇ ਹਨ। ਕਾਰਟਰ, ਜੋ ਕਿ ਲੰਬੇ ਸਮੇਂ ਤੋਂ ਬਿਮਾਰ ਸਨ, ਉਹਨਾਂ ਦੀ ਮੌਤ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਦੁਆਰਾ ਕੀਤੀ ਗਈ ਸੀ। ਹਾਲਾਂਕਿ ਤੁਰੰਤ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ। ਫਰਵਰੀ 2023 ਵਿੱਚ ਕਾਰਟਰ ਸੈਂਟਰ ਨੇ ਐਲਾਨ ਕੀਤਾ ਸੀ ਕਿ ਉਹ ਹਮਲਾਵਰ ਚਮੜੀ ਦੇ ਕੈਂਸਰ ਤੋਂ ਪੀੜਿਤ ਸਨ, ਜਿਸ ਦਾ ਟਿਊਮਰ ਉਹਨਾਂ ਦੇ ਜਿਗਰ ਅਤੇ ਦਿਮਾਗ ਵਿੱਚ ਫੈਲ ਗਿਆ ਸੀ। ਇਸ ਦੇ ਬਾਵਜੂਦ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ। ਉਹਨਾਂ ਦੀ ਆਖਰੀ ਤਸਵੀਰ 1 ਅਕਤੂਬਰ ਨੂੰ ਉਹਨਾਂ ਦੇ 100ਵੇਂ ਜਨਮ ਦਿਨ ਤੇ ਲਈ ਗਈ ਸੀ। 1977 ਵਿੱਚ ਜਿਮੀ ਕਾਰਟਰ ਫੋਰਡ ਨੂੰ ਹਰਾ ਕੇ ਰਾਸ਼ਟਰਪਤੀ ਬਣੇ। ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਕਈ ਇਤਿਹਾਸਕ ਕਾਰਵਾਈਆਂ ਕੀਤੀਆਂ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰਮੁੱਖ ਇੱਕ 1978 ਦਾ ਕੈਂਪ ਡੇਵਿਡ ਸਮਝੌਤਾ ਸੀ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਸੀ ਇਹ। ਇਸ ਸਮਝੌਤੇ ਵਿੱਚ ਉਹਨਾਂ ਨੇ ਇਜ਼ਰਾਈਲ ਅਤੇ ਮਿਸਰ ਦਰਮਿਆਨ ਸ਼ਾਂਤੀ ਵਾਰਤਾ ਵਿੱਚ ਵਿਚੋਲਗੀ ਕੀਤੀ ਸੀ, ਜਿਸ ਨੂੰ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਮੰਨਿਆ ਜਾਂਦਾ ਹੈ। ਕਾਰਟਰ ਨੇ ਅਮਰੀਕਾ ਅਤੇ ਮੱਧ ਪੂਰਬ ਦੇ ਸੰਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਸੀ। ਊਰਜਾ ਸੰਕਟ ਦੌਰਾਨ ਉਹਨਾਂ ਨੇ ਊਰਜਾ ਦੀ ਸੰਭਾਲ ਅਤੇ ਬਦਲਵੇਂ ਸਰੋਤਾਂ ਤੇ ਜ਼ੋਰ ਦਿੱਤਾ। ਹਾਲਾਂਕਿ ਉਹਨਾਂ ਦੇ ਕਾਰਜਕਾਲ ਦੇ ਆਖਰੀ ਸਾਲਾਂ ਵਿੱਚ ਈਰਾਨ ਬੰਦਕ ਸੰਕਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਜਿਮੀ ਕਾਰਟਰ ਨੇ ਆਪਣਾ ਜੀਵਨ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਰ ਦਿੱਤਾ। ਉਹਨਾਂ ਨੇ ਅੰਤਰਰਾਸ਼ਟਰੀ ਲੋਕਤੰਤਰ, ਸ਼ਾਂਤੀ ਅਤੇ ਵਿਕਾਸ ਲਈ ਕਾਰਟਰ ਸੈਂਟਰ ਦੀ ਸਥਾਪਨਾ ਕੀਤੀ। ਇਸ ਦੇ ਤਹਿਤ ਉਹਨਾਂ ਨੇ ਕਈ ਦੇਸ਼ਾਂ ਵਿੱਚ ਚੋਣ ਨਿਗਰਾਨੀ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ।
ਉਹਨਾਂ ਦੇ ਯਤਨਾਂ ਲਈ ਉਹਨਾਂ ਨੂੰ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਅਮਰੀਕਾ 'ਚ ਐਲੋਨ ਮਸਕ ਨੇ H1B ਵੀਜ਼ਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਲਿਆਉਣ ਦੇ ਲਈ ਵਰਤੀ ਜਾਂਦੀ ਪ੍ਰਣਾਲੀ ਟੁੱਟ ਚੁੱਕੀ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਉਸ ਦਾ ਕਹਿਣਾ ਹੈ ਕਿ ਉਹ H1B ਵੀਜ਼ਾ ਪ੍ਰੋਗਰਾਮ ਨੂੰ ਬਚਾਉਣ ਦੇ ਲਈ ਜੰਗ ਤੱਕ ਵੀ ਜਾ ਸਕਦਾ ਹੈ। ਮਸਕ ਅਤੇ ਭਾਰਤੀ ਅਮਰੀਕੀ ਤਕਨੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਹਾਲ ਹੀ ਵਿੱਚ ਇਮੀਗ੍ਰੇਸ਼ਨ ਤੇ ਧਰੁਵੀਕਰਨ ਮੁੱਦੇ ਨੂੰ ਲੈ ਕੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨਾਲ ਝੜਪ ਗਏ ਹਨ। ਐਲੋਨ ਮਸਕ ਖੁਦ H1B ਤੇ ਦੱਖਣੀ ਅਫਰੀਕਾ ਤੋਂ ਆਏ ਸਨ। ਉਸਨੇ ਸੋਸ਼ਲ ਮੀਡੀਆ ਸਾਈਟ X ਤੇ ਕੀਤੀ ਇੱਕ ਪੋਸਟ ਵਿੱਚ ਉਸਨੇ ਕਿਹਾ ਕਿ H1B ਪ੍ਰੋਗਰਾਮ ਟੁੱਟ ਗਿਆ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਟਰੰਪ ਅਸਲ ਵਿੱਚ ਇੱਕ ਉਪਭੋਗਤਾ ਨੂੰ ਜਵਾਬ ਦੇ ਰਹੇ ਸਨ ਜਿਸ ਨੇ ਕਿਹਾ ਹੈ ਕਿ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਉਚਿਤ ਪ੍ਰਤਿਭਾ ਲਈ ਇੱਕ ਮੰਜ਼ਿਲ ਬਣਨ ਦੀ ਜ਼ਰੂਰਤ ਹੈ, ਪਰ H1B ਪ੍ਰੋਗਰਾਮ ਅਜਿਹਾ ਕਰਨ ਦਾ ਤਰੀਕਾ ਨਹੀਂ ਹੈ। ਮਸਕ ਨੇ ਕਿਹਾ ਕਿ ਘੱਟੋ-ਘੱਟ ਉਜਰਤ ਵਧਾ ਕੇ ਅਤੇ H1B ਨੂੰ ਬਰਕਰਾਰ ਰੱਖਣ ਲਈ ਸਾਲਾਨਾ ਲਾਗਤ ਜੋੜ ਕੇ ਇਸ ਨੂੰ ਆਸਾਨੀ ਨਾਲ ਨਿਸ਼ਚਿਤ ਕੀਤਾ ਜਾ ਸਕਦਾ ਹੈ, ਜੋ ਅਸਲ ਵਿੱਚ ਘਰੇਲੂ ਤੌਰ ਤੇ ਵਿਦੇਸ਼ਾਂ ਵਿੱਚ ਨੌਕਰੀ ਤੇ ਰੱਖਣਾ ਵਧੇਰੇ ਮਹਿੰਗਾ ਬਣਾ ਦੇਵੇਗਾ। ਪਿਛਲੇ ਹਫ਼ਤੇ ਮਸਕ ਨੇ ਕਿਹਾ ਸੀ ਕਿ ਅਮਰੀਕਾ ਨੂੰ ਜਿੱਤਣਾ ਜਾਰੀ ਰੱਖਣ ਲਈ ਵਿਦੇਸ਼ਾਂ ਤੋਂ ਕੁਲੀਨ ਇੰਜੀਨੀਅਰਿੰਗ ਪ੍ਰਤਿਭਾ ਨੂੰ ਲਿਆਉਣਾ ਜ਼ਰੂਰੀ ਹੈ। ਰਾਮਾਸਵਾਮੀ ਨੇ ਵੀ ਮਸਕ ਦੇ ਸ਼ਬਦਾਂ ਨੂੰ ਦੁਹਰਾਇਆ। ਉਸਨੇ ਦਲੀਲ ਦਿੱਤੀ ਕਿ ਅਮਰੀਕੀ ਸੱਭਿਆਚਾਰ ਨੇ ਲੰਬੇ ਸਮੇਂ ਤੋਂ ਮੱਧਮਤਾ ਦਾ ਜਸ਼ਨ ਮਨਾਇਆ ਹੈ, ਇੱਕ ਸੱਭਿਆਚਾਰ ਜੋ ਮੈਥ 올림픽 ਚੈਂਪੀਅਨਸ ਦੀ ਬਜਾਏ ਪ੍ਰੋਮ ਕੁਈਨਸ ਦਾ ਜਸ਼ਨ ਮਨਾਉਂਦਾ ਹੈ, ਵਧੀਆ ਇੰਜੀਨੀਅਰ ਪੈਦਾ ਨਹੀਂ ਕਰੇਗਾ। ਉਸਨੇ X ਤੇ ਪੋਸਟ ਕੀਤਾ। ਟਰੰਪ ਨੇ ਵੀ ਐਲੋਨ ਮਸਕ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਇਸ ਪ੍ਰੋਗਰਾਮ ਦਾ ਵਿਸ਼ਵਾਸ ਕਰਦੇ ਹਨ। ਉਸਨੇ ਕਿਹਾ ਕਿ ਮੈਨੂੰ ਹਮੇਸ਼ਾ ਇਸ ਵੀਜ਼ਾ ਪਸੰਦ ਰਿਹਾ ਹੈ, ਮੈਂ ਹਮੇਸ਼ਾ ਵੀਜ਼ੇ ਦੇ ਹੱਕ ਵਿੱਚ ਰਿਹਾ ਹਾਂ, ਇਸ ਲਈ ਸਾਡੇ ਕੋਲ ਇਹ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਮੇਰੀ ਜਾਇਦਾਦ ਤੇ ਬਹੁਤ ਸਾਰੇ H1B ਵੀਜ਼ਾ ਵਾਲੇ ਲੋਕ ਹਨ। H1B ਵਿੱਚ ਵਿਸ਼ਵਾਸ ਕਰਦਾ ਹਾਂ, ਇਸ ਨੂੰ ਕਈ ਵਾਰ ਵਰਤਿਆ ਹੈ ਅਤੇ ਇਹ ਇੱਕ ਵਧੀਆ ਪ੍ਰੋਗਰਾਮ ਹੈ। ਭਾਰਤ ਵਿੱਚ ਹਵਾਈ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਹੈ। ਹੁਣ ਤੋਂ ਹਵਾਈ ਜਹਾਜ਼ ਵਿੱਚ ਸਿਰਫ ਇੱਕ ਬੈਗ ਦੀ ਇਜਾਜ਼ਤ ਹੋਵੇਗੀ। ਇਸ ਨਵੇਂ ਨਿਯਮ ਨਾਲ ਯਾਤਰੀਆਂ ਨੂੰ ਕੁਝ ਅਸੁਵਿਧਾ ਹੋ ਸਕਦੀ ਹੈ, ਪਰ ਇਸ ਨਾਲ ਹਵਾਈ ਅੱਡਿਆਂ ਤੇ ਸੁਰੱਖਿਆ ਵਧਾਉਣ 'ਚ ਮਦਦ ਮਿਲੇਗੀ। ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਯਾਨੀ BCAS ਨੇ ਹਵਾਈ ਯਾਤਰਾ ਦੌਰਾਨ ਕੈਬਿਨ ਸਮਾਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਦੇ ਮੁਤਾਬਕ ਹੁਣ ਯਾਤਰੀ ਹਵਾਈ ਜਹਾਜ਼ ਵਿੱਚ ਸਿਰਫ ਇੱਕ ਬੈਗ ਲਿਜਾ ਸਕਣਗੇ। ਇਸ ਬੈਗ ਦਾ ਭਾਰ 7 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ। ਬੈਗ ਦਾ ਆਕਾਰ ਵੀ ਤੈਅ ਕੀਤਾ ਗਿਆ ਹੈ। ਬੈਗ ਦੀ ਲੰਬਾਈ 40 ਸੈਂਟੀਮੀਟਰ, ਚੌੜਾਈ 20 ਸੈਂਟੀਮੀਟਰ ਅਤੇ ਉਚਾਈ 55 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਨਿਯਮ ਹਵਾਈ ਅੱਡਿਆਂ ਤੇ ਸੁਰੱਖਿਆ ਵਧਾਉਣ ਦੇ ਲਈ ਲਿਆਂਦਾ ਗਿਆ ਹੈ। ਇਸ ਨਿਯਮ ਨਾਲ ਯਾਤਰੀਆਂ ਦੀ ਵੱਧਦੀ ਗਿਣਤੀ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲੇਗੀ। ਜਦੋਂ ਯਾਤਰੀ ਘੱਟ ਸਮਾਨ ਨਾਲ ਸਫ਼ਰ ਕਰਨਗੇ ਤਾਂ ਸੁਰੱਖਿਆ ਜਾਂਚਾਂ ਵਿੱਚ ਘੱਟ ਸਮਾਂ ਲੱਗੇਗਾ ਅਤੇ ਹਵਾਈ ਅੱਡੇ ਤੇ ਭੀੜ ਘੱਟ ਹੋਵੇਗੀ। ਜਿਨ੍ਹਾਂ ਯਾਤਰੀਆਂ ਨੇ 4 ਮਈ 2024 ਤੋਂ ਪਹਿਲਾਂ ਆਪਣੀ ਫਲਾਈਟ ਟਿਕਟ ਬੁੱਕ ਕਰਵਾਈ ਸੀ, ਉਹਨਾਂ ਨੂੰ ਇਸ ਨਵੇਂ ਨਿਯਮ ਤੋਂ ਕੁਝ ਛੋਟ ਦਿੱਤੀ ਗਈ ਹੈ। ਇਹ ਯਾਤਰੀ ਥੋੜਾ ਭਾਰਾ ਬੈਗ ਲਿਜਾ ਸਕਦੇ ਹਨ। ਇਸ ਤੋਂ ਇਲਾਵਾ ਬੈਗ ਦਾ ਜੋ ਭਾਰ ਹੈ ਕਿੰਨਾ ਕੁ ਯਾਤਰੀ ਲੈ ਕੇ ਜਾ ਸਕਦੇ ਨੇ, ਤਾਂ ਅੰਦਾਜ਼ੇ ਕਿ ਆਰਥਿਕ ਸ਼੍ਰੇਣੀ 7 ਕਿਲੋ ਦਾ ਲੈ ਕੇ ਜਾ ਸਕਦੇ ਨੇ, ਪ੍ਰੀਮੀਅਮ ਇਕਨੋਮੀ ਕਲਾਸ ਵਾਲੇ 10 ਕਿਲੋ ਤੱਕ ਦਾ, ਪਹਿਲੇ ਜਾਂ ਵਪਾਰਕ ਸ਼੍ਰੇਣੀ ਵਾਲੇ 12 ਕਿਲੋਗ੍ਰਾਮ ਦਾ ਭਾਰ ਲਿਜਾ ਸਕਦੇ ਨੇ। ਜ਼ਿਆਦਾ ਭਾਰਾ ਬੈਗ ਲਿਜਾਣ ਉਤੇ ਨਿਯਮ ਵੀ ਕੀਤੇ ਗਏ ਨੇ ਕਿ ਜੇਕਰ ਤੁਸੀਂ ਜ਼ਿਆਦਾ ਭਾਰ ਵਾਲਾ ਬੈਗ ਲੈ ਕੇ 에ਅਰਪੋਰਟ ਤੇ ਪਹੁੰਚਦੇ ਹੋ ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪਵੇਗੀ। ਇਸ ਲਈ ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਬੈਗ ਦੇ ਭਾਰ ਅਤੇ ਆਕਾਰ ਦੀ ਜਾਂਚ ਕਰੋ। ਇਸ ਤੋਂ ਇਲਾਵਾ ਇਹ ਨਿਯਮ ਹਵਾਈ ਅੱਡਿਆਂ ਤੇ ਸੁਰੱਖਿਆ ਵਧਾਉਣ 'ਚ ਮਦਦ ਕਰੇਗਾ। ਯਾਤਰੀਆਂ ਨੂੰ ਸੁਰੱਖਿਆ ਜਾਂਚ ਤੋਂ ਲੰਘਣ ਲਈ ਘੱਟ ਸਮਾਂ ਲੱਗੇਗਾ। ਹਵਾਈ ਅੱਡੇ ਤੇ ਘੱਟ ਭੀੜ ਹੋਵੇਗੀ। ਇਸ ਤੋਂ ਇਲਾਵਾ ਹਵਾਈ ਅੱਡੇ ਸੁਚਾਰੂ ਢੰਗ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਤਾਂ ਅੰਦਾਜ਼ੇ ਕਿ ਯਾਤਰੀਆਂ ਨੂੰ ਕੁਝ ਅਸੁਵਿਧਾ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ ਹੈ ਕਿਉਂਕਿ ਉਹਨਾਂ ਨੂੰ ਘੱਟ ਸਮਾਨ ਨਾਲ ਯਾਤਰਾ ਕਰਨੀ ਪਵੇਗੀ। ਜੇਕਰ ਯਾਤਰੀ ਜ਼ਿਆਦਾ ਭਾਰ ਵਾਲੇ ਬੈਗ ਲੈ ਕੇ ਜਾਂਦੇ ਹਨ ਤਾਂ ਉਹਨਾਂ ਨੂੰ ਵਾਧੂ ਖਰਚੇ ਵੀ ਦੇਣੇ ਪੈਣਗੇ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਹ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ 1 ਮਹੀਨਾ ਪਹਿਲਾਂ ਅਮਰੀਕਾ ਵਿਰੁੱਧ ਸਭ ਤੋਂ ਸਖਤ ਨੀਤੀ ਨੂੰ ਲਾਗੂ ਕਰਨਗੇ। ਦੇਸ਼ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਟਰੰਪ ਦੀ ਵਾਈਟ ਹਾਊਸ ਵਿੱਚ ਵਾਪਸੀ ਨਾਲ ਉੱਤਰੀ ਕੋਰੀਆ ਨਾਲ ਉੱਚ ਪੱਧਰੀ ਕੂਟਨੀਤੀ ਦੀ ਸੰਭਾਵਨਾ ਵੱਧ ਗਈ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਤੇ ਚਰਚਾ ਕਰਨ ਲਈ ਕਿਮ ਨਾਲ 3 ਵਾਰ ਮੁਲਾਕਾਤ ਕੀਤੀ। ਹਾਲਾਂਕਿ ਕਈ ਮਾਹਰਾਂ ਦਾ ਕਹਿਣਾ ਹੈ ਕਿ ਕਿਮ ਟਰੰਪ ਸਿਖਰ ਵਾਰਤਾ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਟਰੰਪ
ਸਭ ਤੋਂ ਪਹਿਲਾਂ ਯੂਕਰੇਨ ਅਤੇ ਪੱਛਮੀ ਏਸ਼ੀਆ 'ਚ ਚੱਲ ਰਹੇ ਸੰਘਰਸ਼ ਤੇ ਧਿਆਨ ਕੇਂਦਰਿਤ ਕਰਨਗੇ। ਮਾਹਰਾਂ ਦਾ ਕਹਿਣਾ ਹੈ ਕਿ ਯੂਕਰੇਨ ਵਿਰੁੱਧ ਰੂਸ ਦੀ ਲੜਾਈ ਲਈ ਉੱਤਰੀ ਕੋਰੀਆ ਦਾ ਸਮਰਥਨ ਵੀ ਕੂਟਨੀਤੀ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਲਈ ਇੱਕ ਚੁਣੌਤੀ ਹੈ। ਸੱਤਾਧਾਰੀ ਵਰਕਰਸ ਪਾਰਟੀ ਨੇ 5 ਦਿਨ ਦੇ ਪਲੇਨਮ ਦੇ ਦੌਰਾਨ, ਜੋ ਕਿ ਸ਼ੁੱਕਰਵਾਰ ਨੂੰ ਖਤਮ ਹੋਇਆ, ਕਿਮ ਨੇ ਅਮਰੀਕਾ ਨੂੰ ਸਭ ਤੋਂ ਵੱਧ ਪ੍ਰਤੀਕਿਰਿਆਸ਼ੀਲ ਦੇਸ਼ ਕਿਹਾ, ਜੋ ਕਮਿਊਨਿਜ਼ਮ ਵਿਰੋਧੀ ਨੂੰ ਆਪਣੀ ਅਟਲ ਦੇਸ਼ ਨੀਤੀ ਦੇ ਰੂਪ ਵਿੱਚ ਸਮਝਦਾ ਹੈ। ਅਧਿਕਾਰਕ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਅਨੁਸਾਰ ਕਿਮ ਨੇ ਕਿਹਾ, ਇਹ ਅਸਲੀਅਤ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਸਾਨੂੰ ਕੀ ਕਰਨਾ ਹੈ, ਸਾਨੂੰ ਕਿਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ ਅਤੇ ਸਾਨੂੰ ਕੀ ਅਤੇ ਕਿਵੇਂ ਕਰਨਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਿਮ ਦੇ ਭਾਸ਼ਣ ਨੇ ਉੱਤਰੀ ਕੋਰੀਆ ਦੀ ਅਮਰੀਕਾ ਵਿਰੁੱਧ ਸਖਤ ਜਵਾਬੀ ਕਦਮਾਂ ਦੀ ਰਣਨੀਤੀ ਨੂੰ ਸਪਸ਼ਟ ਕਰ ਦਿੱਤਾ ਹੈ, ਜੋ ਕਿ ਇਸ ਦੇ ਲੰਬੇ ਸਮੇਂ ਦੇ ਰਾਸ਼ਟਰੀ ਹਿੱਤਾਂ ਅਤੇ ਸੁਰੱਖਿਆ ਲਈ ਹਮਲਾਵਰ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ। ਉਧਰ ਹੀ ਨਿਊਜ਼ ਏਜੰਸੀ ਮੁਤਾਬਿਕ ਅਮਰੀਕਾ ਵਿਰੋਧੀ ਰਣਨੀਤੀ ਬਾਰੇ ਵਿਸਤਾਰ ਨਾਲ ਨਹੀਂ ਦੱਸਿਆ ਗਿਆ। ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਹੋਇਆ, ਜਿਸ ਵਿੱਚ 179 ਲੋਕਾਂ ਦੀ ਮੌਤ ਦੀ ਖਬਰ ਹੈ। ਬਚਾਅ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ ਤੇ 2 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ। ਪਿਛਲੇ 24 ਘੰਟਿਆਂ 'ਚ ਦੁਨੀਆ 'ਚ ਜਹਾਜ਼ਾਂ ਨਾਲ ਜੁੜੀਆਂ 3 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9 ਵਜੇ ਵਾਪਰਿਆ, ਜਦੋਂ ਜੇਜੂ 에ਅਰ ਦਾ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਿਆ ਅਤੇ ਮੁਆਨ ਇੰਟਰਨੈਸ਼ਨਲ 에ਅਰਪੋਰਟ ਤੇ ਵਾੜ ਦੀ ਕੰਧ ਨਾਲ ਟਕਰਾ ਗਿਆ। ਬੈਂਕਾਕ ਤੋਂ ਵਾਪਸ ਆ ਰਹੇ ਇਸ ਜਹਾਜ਼ 'ਚ ਚਾਲਕ ਦਲ ਦੇ 6 ਮੈਂਬਰਾਂ ਸਮੇਤ ਕੁੱਲ 181 ਤੋਂ ਵੱਧ ਲੋਕ ਸਵਾਰ ਸਨ। ਇਸ ਜਹਾਜ਼ ਵਿੱਚ 2 ਯਾਤਰੀ ਥਾਈਲੈਂਡ ਦੇ ਸਨ ਅਤੇ ਬਾਕੀ ਦੱਖਣੀ ਕੋਰੀਆ ਦੇ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਲੈਂਡਿੰਗ ਗੀਅਰ 'ਚ ਖਰਾਬੀ ਪੰਛੀ ਦੇ ਟਕਰਾਉਣ ਕਾਰਨ ਹੋ ਸਕਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰ ਸਕਦਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਇਸ ਸੰਬੰਧੀ ਉੱਚ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਵੀ ਬੁਲਾਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਵੀ 에ਅਰ ਕੈਨੇਡਾ ਦੇ ਜਹਾਜ਼ ਨੂੰ ਹੈਲੀਫੈਕਸ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। PAL 에ਅਰਲਾਈਨਸ ਦੀ ਉਡਾਨ ਸ਼ਨੀਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਫਲਾਈਟ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਹਾਜ਼ ਦੀ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ 'ਚ ਅੱਗ ਲੱਗ ਗਈ। ਲੈਂਡਿੰਗ ਵਿੱਚ ਥੋੜੀ ਜਿਹੀ ਦੇਰੀ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਉਧਰ ਹੀ ਤੀਸਰੇ ਪਾਸੇ ਸ਼ਨੀਵਾਰ ਦੇ ਰਾਤ ਨਾਰਵੇ ਦੇ ਓਸਲੋ ਟਾਪ ਸੈਨਫਿਓਰਡ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਦੌਰਾਨ KLM ਰॉयल ਡਚ 에ਅਰਲਾਈਨਸ ਦਾ ਜਹਾਜ਼ ਫਿਸਲ ਗਿਆ। ਓਸਲੋ 에ਅਰਪੋਰਟ ਤੇ ਐਮਸਟਰਡਮ ਜਾ ਰਹੇ ਬੋਇੰਗ ਜਹਾਜ਼ ਦੇ ਹਾਈਡਰੋਜਨ ਸਿਸਟਮ 'ਚ ਖਰਾਬੀ ਆ ਗਈ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਓਸਲੋ ਤੋਂ 110 ਕਿਲੋਮੀਟਰ ਦੱਖਣ 'ਚ ਸਥਿਤ ਸੈਂਡੀਫੋਰਡ ਹਵਾਈ ਅੱਡੇ ਤੇ ਉਤਰਨ ਦਾ ਫੈਸਲਾ ਕੀਤਾ ਗਿਆ। ਸੁਰੱਖਿਅਤ ਲੈਂਡਿੰਗ ਦੇ ਬਾਵਜੂਦ ਜਹਾਜ਼ ਰਨਵੇ ਤੇ ਫਿਸਲ ਗਿਆ ਅਤੇ ਨੇੜਲੇ ਘਾਹ ਵਾਲੇ ਖੇਤਰ ਵਿੱਚ ਰੁਕ ਗਿਆ। ਇਸ ਜਹਾਜ਼ ਵਿੱਚ ਕੁੱਲ 182 ਲੋਕ ਸਵਾਰ ਸਨ। ਫਲੋਰੀਡਾ 'ਚ ਇੱਕ ਰੇਲਵੇ ਕ੍ਰੋਸਿੰਗ ਨੇੜੇ ਪਟੜੀਆਂ ਤੇ ਇੱਕ ਤੇਜ਼ ਰਫ਼ਤਾਰ ਟ੍ਰੇਨ ਦੇ ਫਾਇਰ ਬ੍ਰਿਗੇਡ ਦੇ ਵਾਹਨ ਨਾਲ ਟਕਰਾ ਜਾਣ ਕਾਰਨ 3 ਫਾਇਰ ਫਾਈਟਰਸ ਅਤੇ ਘੱਟੋ-ਘੱਟ 12 ਯਾਤਰੀ ਜ਼ਖਮੀ ਹੋ ਗਏ। ਇਹ ਜਾਣਕਾਰੀ ਘਟਨਾ ਦੀ ਵੀਡੀਓ ਅਤੇ ਇੱਕ ਚਸ਼ਮਦੀਦ ਗਵਾਹ ਤੋਂ ਮਿਲੀ ਹੈ। ਸ਼ਨੀਵਾਰ ਸਵੇਰੇ 11:45 ਵਜੇ ਡੇਲਰੇ ਬੀਚ ਤੇ ਬ੍ਰਾਈਟ ਲਾਈਨ ਰੇਲ ਗੱਡੀ ਦੇ ਡੇਲਰੇ ਬੀਚ ਫਾਇਰ ਰੈਸਕਿਊ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਟੜੀਆਂ ਤੇ ਰੁਕ ਗਈ ਅਤੇ ਇਸ ਦਾ ਅਗਲਾ ਹਿੱਸਾ ਤਬਾਹ ਹੋ ਗਿਆ। 26 ਸਾਲ ਦੇ ਭਾਰਤੀ ਅਮਰੀਕੀ ਸੁਚੀਰ ਬਾਲਾਜੀ ਹਾਲ ਹੀ ਵਿੱਚ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਏ ਗਏ ਸੀ। ਸੁਚੀਰ ਬਾਲਾਜੀ ਨੇ ਓਪਨ AI ਲਈ ਕੰਮ ਕੀਤਾ ਹੈ ਅਤੇ ਕੰਪਨੀ ਤੇ ਕਾਪੀਰਾਈਟ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲਗਾਇਆ ਸੀ। ਹੁਣ ਉਸ ਦੀ ਮੌਤ ਦੇ 1 ਮਹੀਨੇ ਬਾਅਦ ਉਸ ਦੀ ਮਾਂ ਨੇ FBI ਜਾਂਚ ਦੀ ਮੰਗ ਕੀਤੀ ਹੈ। ਓਪਨ AI ਵਿਸਲ ਬਲੋਅਰ ਅਤੇ ਖੋਜਕਰਤਾ 26 ਨਵੰਬਰ ਨੂੰ ਕੈਲੀਫੋਰਨੀਆ ਵਿੱਚ ਉਸਦੇ ਸੈਨ ਫਰਾਂਸਿਸਕੋ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਅਧਿਕਾਰੀਆਂ ਨੇ ਬਾਲਾਜੀ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਸੀ। ਐਤਵਾਰ ਨੂੰ ਟਵਿੱਟਰ ਤੇ ਇੱਕ ਪੋਸਟ ਵਿੱਚ ਉਸਦੀ ਮਾਂ ਪੂਰਨਿਮਾ ਰਾਮਾ ਰੋਏ ਨੇ ਕਿਹਾ ਕਿ ਉਸਨੇ ਇੱਕ ਨਿੱਜੀ ਜਾਂਚਕਰਤਾ ਨੂੰ ਨਿਯੁਕਤ ਕੀਤਾ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦੂਜੀ ਵਾਰ ਲਾਸ਼ ਦੀ ਜਾਂਚ ਕਰਵਾਈ। ਰਾਮਾ ਰੋਏ ਨੇ ਇਹ ਵੀ ਦੋਸ਼ ਲਾਇਆ ਹੈ ਕਿ ਬਾਲਾਜੀ ਦੇ ਅਪਾਰਟਮੈਂਟ, ਜੋ ਕਿ ਕਥਿਤ ਤੌਰ ਤੇ ਬੁਕਾਨਨ ਸਟਰੀਟ ਤੇ ਸੀ, ਦੀ ਭੰਨਤੋੜ ਕੀਤੀ ਗਈ ਸੀ। ਉਸਨੇ ਕਿਹਾ ਕਿ ਬਾਥਰੂਮ ਵਿੱਚ ਲੜਾਈ ਦੇ ਨਿਸ਼ਾਨ ਸਨ ਅਤੇ ਖੂਨ ਦੇ ਧੱਬਿਆਂ ਦੇ ਆਧਾਰ ਤੇ ਅਜਿਹਾ ਲੱਗਦਾ ਹੈ ਕਿ ਕਿਸੇ ਨੇ ਉਸ ਨੂੰ ਬਾਥਰੂਮ ਵਿੱਚ ਮਾਰਿਆ ਸੀ। ਉਸਨੇ ਕਿਹਾ ਕਿ ਰਾਮਾ ਰੋਏ ਨੇ FBI ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਇੱਕ ਬੇਰਹਿਮ ਕਤਲ ਹੈ
ਜਿਸ ਨੂੰ ਅਧਿਕਾਰੀਆਂ ਨੇ ਖੁਦਕੁਸ਼ੀ ਕਰਾਰ ਦਿੱਤਾ ਹੈ। ਐਸਐਫ ਦੇ ਸ਼ਹਿਰ ਵਿੱਚ ਵਕਾਲਤ ਸਾਨੂੰ ਇਨਸਾਫ ਮਿਲਣ ਤੋਂ ਨਹੀਂ ਰੋਕਦੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਾਈਵੇਟ ਪੋਸਟਮਾਰਟਮ ਪੁਲਿਸ ਦੁਆਰਾ ਦੱਸੇ ਗਏ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕਰਦਾ ਹੈ। ਉਸ ਦੀ ਮਾਂ ਨੇ ਅੱਗੇ ਦੋਸ਼ ਲਾਇਆ ਕਿ ਕੰਪਨੀ ਲਗਾਤਾਰ ਗਲਤ ਫੈਸਲੇ ਲੈ ਰਹੀ ਹੈ। ਉਸ ਦੇ ਪੁੱਤਰ ਦਾ ਮੰਨਣਾ ਸੀ ਕਿ ਕੰਪਨੀ ਦੀ ਸੋਚ ਹੁਣ ਆਪਣੀ ਗੈਰ ਲਾਭਕਾਰੀ ਨੀਤੀ ਤੋਂ ਭਟਕ ਗਈ ਹੈ। ਆਪਣੀ ਪੋਸਟ ਵਿੱਚ ਉਸਨੇ ਅਰਬਪਤੀ ਐਲੋਨ ਮਸਕ ਅਤੇ ਭਾਰਤੀ ਅਮਰੀਕੀ ਤਕਨੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਟੈਗ ਕੀਤਾ, ਜੋ ਆਉਣ ਵਾਲੇ ਡੋਨਾਲਡ ਟਰੰਪ ਪ੍ਰਸ਼ਾਸਨ ਦਾ ਹਿੱਸਾ ਬਣਨ ਲਈ ਤਿਆਰ ਹਨ। ਬਰੈਂਪਟਨ ਤੋਂ ਲਾਪਤਾ ਭਾਰਤੀ ਨੌਜਵਾਨ ਦੀ ਭਾਲ ਵਿੱਚ ਜੁਟੀ ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ 25 ਸਾਲ ਦੇ ਰੌਨਕ ਨੂੰ ਆਖਰੀ ਵਾਰ ਬਰੈਂਪਟਨ ਦੇ ਬੋਵੇਅਰਡ ਡਰਾਈਵ ਇਲਾਕੇ ਵਿੱਚ 3 ਨਵੰਬਰ ਨੂੰ ਦੇਖਿਆ ਗਿਆ। ਪੀਲ ਰੀਜਨਲ ਪੁਲਿਸ ਨੇ ਰੌਨਕ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 6 ਇੰਚ, ਵਾਲ ਕਾਲੇ ਅਤੇ ਹਲਕੀ ਦਾੜੀ ਵੀ ਰੱਖੀ ਹੋਈ ਸੀ। ਰੌਨਕ ਦੀ ਤਸਵੀਰ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਰੌਨਕ ਦਾ ਸਰੀਰ ਦਰਮਿਆਨ ਅਤੇ ਰੰਗ ਕਣਕਵੰਨਾ ਦੱਸਿਆ ਜਾ ਰਿਹਾ ਹੈ। ਉਹਨੂੰ ਆਖਰੀ ਵਾਰ ਜਾਣ ਵੇਲੇ ਉਸਨੇ ਕਾਲੀ ਹੁੱਡੀ, ਕਾਲੀ ਜੀਨਸ ਅਤੇ ਕਾਲੇ ਸ਼ੂਜ਼ ਪਾਏ ਹੋਏ ਸੀ। ਰੌਨਕ ਦਾ ਪਰਿਵਾਰ ਅਤੇ ਪੁਲਿਸ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਿਤ ਹਨ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਰੌਨਕ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਦੇ ਨਾਲ ਸੰਪਰਕ ਕੀਤਾ ਜਾਵੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ ਅਮਰੀਕਾ ਦੌਰੇ ਤੋਂ ਬਾਅਦ ਕਤਰ ਦੇ ਅਧਿਕਾਰਤ ਦੌਰੇ ਲਈ ਰਵਾਨਾ ਹੋਣਗੇ। ਜੈਸ਼ੰਕਰ 30 ਦਸੰਬਰ ਤੋਂ 1 ਜਨਵਰੀ 2025 ਤੱਕ ਕਤਰ ਦੇ ਦੌਰੇ ਤੇ ਰਹਿਣਗੇ, ਜਿੱਥੇ ਉਹ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਨਾਲ ਅਲ ਥਾਨੀ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਕਤਰ ਦੌਰੇ ਬਾਰੇ ਜਾਣਕਾਰੀ ਸਾਂਝੀ ਕੀਤੀ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਦੀ ਫੇਰੀ ਦੋਵਾਂ ਧਿਰਾਂ ਨੂੰ ਰਾਜਨੀਤਿਕ, ਵਪਾਰ, ਨਿਵੇਸ਼, ਊਰਜਾ, ਸੁਰੱਖਿਆ, ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਨਾਲ ਖੇਤਰੀ ਅਤੇ ਅੰਤਰਰਾਸ਼ਟਰੀ ਸਮੇਤ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਨ ਦੀ ਇਜਾਜ਼ਤ ਦੇਵੇਗੀ। ਆਪਸੀ ਹਿੱਤਾਂ ਦੇ ਮੁੱਦਿਆਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਨੂੰ ਆਪਸੀ ਹਿੱਤਾਂ ਬਾਰੇ ਗੱਲ ਕਰਨ ਅਤੇ ਦੁਵੱਲੇ ਸਬੰਧਾਂ ਦੇ ਕਈ ਮਹੱਤਵਪੂਰਨ ਪਹਿਲੂਆਂ ਤੇ ਚਰਚਾ ਕਰਨ ਦਾ ਮੌਕਾ ਮਿਲੇਗਾ। ਜੈਸ਼ੰਕਰ 1 ਜਨਵਰੀ ਨੂੰ ਕਤਰ ਤੋਂ ਪਰਤਣਗੇ। ਭਾਰਤ ਅਤੇ ਕਤਰ ਦੇ ਲੰਬੇ ਸਮੇਂ ਤੋਂ ਆਨੰਦਮਈ ਅਤੇ ਮਜ਼ਬੂਤ ਸਬੰਧ ਹਨ, ਜੋ ਨਿਯਮਿਤ ਉੱਚ ਪੱਧਰੀ ਸੰਵਾਦਾਂ ਦੁਆਰਾ ਹੋਰ ਮਜ਼ਬੂਤ ਹੁੰਦੇ ਹਨ। 5 ਅਮਰੀਕੀ ਨਾਗਰਿਕਾਂ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਲੈ ਕੇ ਜਾ ਰਹੇ ਇੱਕ ਹੈਲੀਕਾਪਟਰ ਨੂੰ ਇੱਕ ਪੰਛੀ ਨਾਲ ਟਕਰਾਉਣ ਕਾਰਨ ਰਾਜਧਾਨੀ ਤੋਂ 50 ਕਿਲੋਮੀਟਰ ਪੂਰਬ ਦੇ ਵਿੱਚ ਬਨੇਪਾ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪ੍ਰਾਈਵੇਟ ਹੈਲੀ ਐਵਰੈਸਟ 에ਅਰਲਾਈਨਸ ਦਾ 9 NAKG ਹੈਲੀਕਾਪਟਰ ਮਾਊਂਟ ਐਵਰੈਸਟ ਦੇ ਗੇਟਵੇ ਲੁਕਲਾ ਤੋਂ ਆ ਰਿਹਾ ਸੀ, ਜਦੋਂ ਸਵੇਰੇ 11 ਵਜੇ ਇੱਕ ਪੰਛੀ ਨਾਲ ਟਕਰਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪਾਇਲਟ ਹੈਲੀਕਾਪਟਰ ਨੂੰ ਸੁਰੱਖਿਅਤ ਉਤਾਰਨ 'ਚ ਕਾਮਯਾਬ ਰਿਹਾ। 에ਅਰਲਾਈਨ ਮੁਤਾਬਕ ਹੈਲੀਕਾਪਟਰ ਵਿੱਚ 5 ਅਮਰੀਕੀ ਨਾਗਰਿਕ ਤੇ ਇੱਕ ਨੇਪਾਲੀ ਪਾਇਲਟ ਸਵਾਰ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਹੈਲੀਕਾਪਟਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ, ਪਰ ਅਗਲੀ ਉਡਾਨ ਲਈ ਤਿਆਰ ਹੋਣ ਤੋਂ ਪਹਿਲਾਂ ਇਸ ਦੀ ਤਕਨੀਕੀ ਜਾਂਚ ਕਰਨ ਦੀ ਜ਼ਰੂਰਤ ਹੋਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹਸਪਤਾਲ ਵਿੱਚ ਭਰਤੀ ਹਨ। ਉਹਨਾਂ ਦੀ ਲਗਾਤਾਰ ਵਿਗੜਦੀ ਸਿਹਤ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ, ਜਿੱਥੇ ਉਹਨਾਂ ਦੀ ਪ੍ਰੋਸਟੇਟ ਸਰਜਰੀ ਹੋਈ। ਆਪਰੇਸ਼ਨ ਸਫਲ ਰਿਹਾ ਅਤੇ ਪ੍ਰੋਸਟੇਟ ਨੂੰ ਹਟਾ ਦਿੱਤਾ ਗਿਆ। ਇਸ ਦੌਰਾਨ ਜਦੋਂ ਤੱਕ ਨੇਤਨਯਾਹੂ ਹਸਪਤਾਲ ਵਿੱਚ ਰਹਿਣਗੇ, ਉਹਨਾਂ ਦੇ ਨਜ਼ਦੀਕੀ ਸਹਿਯੋਗੀ ਯਾਰੀਵ ਲੈਵਿਨ, ਜੋ ਉਹਨਾਂ ਦੀ ਸਰਕਾਰ ਵਿੱਚ ਨਿਆਂ ਮੰਤਰੀ ਵੀ ਹਨ, ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ ਤੇ ਕੰਮ ਕਰਨਗੇ। ਇਜ਼ਰਾਈਲ ਦੇ ਸਰਕਾਰੀ ਦਫ਼ਤਰ ਦੇ ਅਨੁਸਾਰ ਨੇਤਨਯਾਹੂ ਨੂੰ ਬੁੱਧਵਾਰ ਨੂੰ ਪਿਸ਼ਾਬ ਦੀ ਨਾਲੀ ਵਿੱਚ ਲਾਗ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਹਨਾਂ ਦਾ ਡਾਕਟਰੀ ਇਲਾਜ ਸ਼ੁਰੂ ਹੋ ਗਿਆ। 73 ਸਾਲਾਂ ਦੇ ਨੇਤਨਯਾਹੂ ਦੁਨੀਆ ਦੇ ਉਹਨਾਂ ਨੇਤਾਵਾਂ ਵਿੱਚ ਸ਼ਾਮਲ ਹਨ ਜੋ ਸਭ ਤੋਂ ਬਜ਼ੁਰਗ ਹਨ। ਨੇਤਨਯਾਹੂ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 82 ਸਾਲ ਦੇ ਹਨ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 78 ਸਾਲ ਦੇ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਜੋ ਕਿ 79 ਅਤੇ ਪੋਪ ਫ੍ਰਾਂਸਿਸ ਜੋ ਕਿ 88 ਸਾਲ ਦੇ ਹਨ। ਨੇਤਨਯਾਹੂ ਨੂੰ ਹਾਲ ਹੀ ਦੇ ਸਾਲਾਂ ਵਿੱਚ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਦੇ ਨਜ਼ਦੀਕੀ ਲੋਕਾਂ ਨੇ ਯਰੂਸ਼ਲਮ ਪੋਸਟ ਨੂੰ ਦੱਸਿਆ ਕਿ ਲਗਾਤਾਰ ਜੰਗ ਵਿੱਚ ਉਲਝੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਹੋਣ ਕਾਰਨ ਉਹ ਕਈ ਦਿਨਾਂ ਤੋਂ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ ਸਨ। ਉਹਨਾਂ ਦੇ ਵਕੀਲ ਐਮਿਤ ਹਦਾਦ ਨੇ ਸਰਜਰੀ ਤੋਂ ਪਹਿਲਾਂ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਹ ਆਪਰੇਸ਼ਨ ਲਈ ਜਾ ਰਹੇ ਹਨ। ਉਹਨਾਂ ਨੇ ਕਈ ਦਿਨ ਹਸਪਤਾਲ ਵਿੱਚ ਰਹਿਣਾ ਪਵੇਗਾ ਤਾਂ ਜੋ ਉਹਨਾਂ ਨੂੰ ਗਵਾਹੀ ਦੇਣ ਲਈ ਆਉਣ ਤੋਂ ਰੋਕਿਆ ਨਾ ਜਾਵੇ। ਅਦਾਲਤ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।
किसान अंदोलन के हक विच पंजाब बंद हो चुका है। किसानों ने सवेरे 7 बजे दी सड़कां जाम कर दित्तियां। पहला ही पता होने करके लोग भी वाहन नूं लैके सड़कों पर घट ही निकले। प्राइवेट ते सरकारी बसां यूनियन ने भी किसानों की हमायत विच बसां बंद कीतियां होईयां, इसलिए सड़कों पर टावे टावे वाहन ही दिखाई दिते। पंजाब बंद दे चलदियां सवेरे 7 बजे ही किसान जथेबंदियां दे आगुआं ने सूबे विच 140 तो वध थावां ते डेरे ला ले ते सड़की ते रेल आवाजाही बंद कर दिता। हालांकि इस दौरान एमरजेंसी सेवावां नूं नहीं रोकिया गया। किसान जथेबंदियां वल्लों दिते गए पंजाब बंद दे सद्दे दी हमायत विच सूबे दियां वड्डी गिनती विच व्यापारी, धार्मिक मुलाजम, विद्यार्थी, ट्रांसपोर्टर ते होरनां जथेबंदियां भी नितर आईयां, जिन्हां दे वल्लों पंजाब बंद विच सहयोग कीता गया। दस दिए कि फसलों लिए घट्टो घट समर्थन मूल्य गारंटी कानून समेत 13 मंगां नूं लैके अंदोलन कर रहे किसानां ने पंजाब बंद कर दिता सी। बाजार ते होर अदारे भी बंद रहे, बसां भी नहीं चलियां। सूबे विच 52 ट्रेनां नूं रद्द कर दिता गया, जबकि 22 दे रूट बदल दिते गए। किसान आगू सरबंध पंधेर ने कहा कि एमरजेंसी सेवावां विच कोई रुकावट नहीं होण दित्ती गई। जेकर किसी का कोई इम्तिहान, इंटरव्यू आदि है तां उन्हां नूं भी नहीं रोकिया गया। दूजे पासे पंजाब यूनिवर्सिटी चंडीगढ़ समेत सारियां यूनिवर्सिटियां ने अपनी होने वालियां ਪ੍ਰੀਖਿਆਵਾਂ मुलतवी कर दित्तियां सी। पुलिस ने प्रशासन सारे ਜ਼ਿਲ੍ਹਿਆਂ ਵਿੱਚ अलर्ट मोड ते रहियां। बंद होने विच शामिल निजी बस ट्रांसपोर्टरां तो इलावा वंदे भारत ते शताब्दी समेत 200 तो वध रेल गड्डियां प्रभावित होईयां। बंद का सद्दा किसान आगू जगजीत सिंह डल्लेवाल की हमायत विच दिता गया सी, जो किसान मंगां नूं लागू करवाउण दे लई 1 महीने तो वध समय तो भुख हड़ताल ते सन। कई शहरां अते कस्बिਆਂ विच ज़्यादातर कौमी मार्ग हैं, जिस नाल रोजाना यात्रियों ते दफ्तर जाण वालियां दी आवाजाही बुरी तरह प्रभावित हुई है। ये 9 घंटे का बंद शाम 4 बजे तक लागू रहा। हालांकि किसी भी अनसुखावी घटना की कोई खबर सामने नहीं आई है, क्योंकि पुलिस वाहन चालकों को सफर करन तो बचन अते उन्हां दीयां मंजिलां ते पहुंचण लई लिंक सड़कां ते चलण लई मदद कर रहीआं सी। मोहाली, पटियाला, लुधियाना, मोगा, फिरोजपुर, बठिंडा, हुशियारपुर, जलंधर ते होर थावां तो दुकानां ते कारोबारी अदारे भी बंद रहे। रिपोर्टां प्राप्त होईयां ने कि काफ़ी ज़्यादा बंद का माहौल देखने को मिलिया। प्राइवेट बस ट्रांसपोर्टरां दे हड़ताल में शामिल होने कारण पंजाब में ज्यादातर प्राइवेट बसां सड़कों तो बंद रहियां। बंद के सद्दे के मद्देनजर कई स्कूलों और दफ्तरां ने छुट्टी का ऐलान भी किया सी। दूजे पासे चंडीगढ़ में बंद का असर देखने को घट मिलिया। राष्ट्रपति चुने गए डोनाल्ड ट्रंप ने अपने आप को एक मास्टर वार्ताकार वजों लेबल किया। जिवें कि जंगली तौर ते प्रसिद्ध सोशल मीडिया प्लेटफॉर्म टिकटॉक दे व्हाइट हाउस विच वापस आने तो एक दिन पहला अमेरिका विच पाबंदी लगाई जा रही है। आने वाले कमांडर इन चीफ का कहना है कि वह इसनूं बचाउण दा मौका प्राप्त करना चाहुंदा है। इकल्ले राष्ट्रपति ट्रंप कोल संपूर्ण सौदा बनाउण दी महारत, चोण आदेश अते सरकार द्वारा प्रगटाईਆਂ गईयां राष्ट्रीय सुरक्षा चिंतावां नूं संबोधित करदे होए प्लेटफॉर्म नूं बचाउण लई एक मते ते गलबात करन दी राजनीतिक इच्छा शक्ति है और चिंतावां जिन्हां नूं राष्ट्रपति ट्रंप ने खुद स्वीकार किया है। उन्हां दे अनुसार एक खतरा है, इस करके इसनूं बंद करना चाहिए है। अगले महीने होने वाली सुप्रीम कोर्ट की सुनवाई तो पहला शाम नूं ट्रंप द्वारा दायर की गई संक्षेप जानकारी सामने आई है। चीन ने अपनी हाई स्पीड बुलेट ट्रेन के अपडेट किए मॉडल की घुंड चुकाई की। ट्रेन के निर्माता का दावा है कि टेस्टिंग दौरान इसकी स्पीड 450 किलोमीटर प्रति घंटा तक पहुंच गई है, जिस नाल ये दुनिया की सब तो तेज हाई स्पीड ट्रेन बन गई है। चाइना स्टेट रेलवे ग्रुप कंपनी के अनुसार नवा मॉडल जिसनूं CR5450 प्रोटोटाइप वजों जानिया जाता है, यात्रा के समय नूं होर घटाएगा अते कनैक्टिविटी में सुधार करेगा, जिस नाल यात्रियों लिए यात्रा वधेरे सुविधाजनक होवेगी। सरकारी मीडिया ने इत्थे दस्सिया कि CR450 प्रोटोटाइप की टेस्ट स्पीड 450 यानी 450 किलोमीटर प्रति घंटा दर्ज की गई सी। सरकारी न्यूज़ एजेंसी ने कहा है कि यह वर्तमान विच सेवा विच CR400 फिक्सिंग हाई स्पीड रेल HSR नालों बहुत तेज है, जो कि 350 किलोमीटर प्रति घंटा की रफ्तार नाल चलती है। पाकिस्तान की खुफिया एजेंसी ISI बांग्लादेश अपनियां गतिविधियां वधा के खेतर की सुरक्षा और स्थिरता लिए गंभीर खतरा पैदा कर रही है। हालिया खुफिया रिपोर्टां के अनुसार ISI बांग्लादेश विच अपनी मौजूदगी नूं मजबूत करने लई कई रणनीतियां की वरतों कर रही है, जिसका प्रभाव न सिर्फ बांग्लादेश लई बल्कि पूरे दक्षिणी एशिया लई हो सकता है। पाकिस्तान की ISI का दक्षिणी एशिया की राजनीति और सुरक्षा विच डूंगा दखल है।
ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ISI ਦੀਆਂ ਗਤੀਵਿਧੀਆਂ ਵਧੀਆਂ ਹਨ, ਜਿੱਥੇ ਇਹ ਨਾ ਸਿਰਫ ਖੇਤਰੀ ਉਦੇਸ਼ਾਂ ਲਈ ਕੰਮ ਕਰ ਰਹੀ ਹੈ, ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਆਪਣੀ ਮੌਜੂਦਗੀ ਸਥਾਪਿਤ ਕਰਨਾ ਚਾਹੁੰਦੀ ਹੈ। ਰਿਪੋਰਟਾਂ ਦੇ ਅਨੁਸਾਰ ISI ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਕੁਝ ਪ੍ਰਭਾਵਸ਼ਾਲੀ ਨੇਤਾਵਾਂ ਦਾ ਅਸਿੱਧਾ ਸਮਰਥਨ ਪ੍ਰਾਪਤ ਹੈ, ਜਿਸ ਨਾਲ ਸਥਿਤੀ ਦੀ ਗੰਭੀਰਤਾ ਵਧਦੀ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।